ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਰਾਮ ਕਲੀ ਦੀ ਵਾਰ ਜੋ ਰਾਏ ਬਲਵੰਡ ਤਥਾ ਸਤੈ ਡੂਮ, ਭਾਈ ਬਲਵੰਡ ਜੀ ਔਰ ਭਾਈ ਸੱਤਾ ਜੀ ਦੀ ਵਾਰ ਹੈ। 3 ਪੌੜੀਆਂ ਇਸ ਵਾਰ ਦੀਆਂ ਆਪਾਂ ਪਿੱਛੇ ਸਰਵਣ ਕੀਤੀਆਂ। 967 ਅੰਗ ਤੇ ਗੁਰੂ ਸਾਹਿਬ ਜੀ ਦੀ ਦਇਆ ਮਇਆ ਨਾਲ ਇਹ ਕਥਾ ਪਹੁੰਚੀ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋ ਰਿਓ ਗੰਗ ਬਹਾਈਐ, ਦੁਨੀ ਆਈ ਆਖੈ ਕੇ ਕਿਉਨ। ਕਹਿੰਦੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਨਾ ਕਰਤਾਰਪੁਰ ਸਾਹਿਬ, ਉਹ ਤੋਂ ਲੋਕ ਦੰਗ ਹੋ ਗਏ, ਹੈਰਾਨ ਹੋ ਗਏ। ਕਹਿੰਦੇ ਤਾਂ ਗੁਰੂ ਨਾਨਕ ਸਾਹਿਬ ਨੇ ਹੋਰ ਹੀ ਪਾਸੇ ਗੰਗਾ ਬਹਾ ਦਿੱਤੀ, ਹੋ ਰਿਓ ਗੰਗ ਬਹਾਈ ਹੈ, ਹੋਰ ਹੀ ਪਾਸੇ ਗੰਗਾ ਬਹਾ ਦਿੱਤੀ, ਯਾਨੀ ਕਿ ਉਲਟੀ ਗੰਗਾ ਬਹਾ ਦਿੱਤੀ। ਚੇਲੇ ਗੁਰੂਆਂ ਨੂੰ ਮੱਥਾ ਟੇਕਦੇ ਸੀ, ਅੱਜ ਤਾਂ ਗੁਰੂ ਨੇ ਚੇਲੇ ਨੂੰ ਮੱਥਾ ਟੇਕ ਕੇ ਨਮਸਕਾਰ ਕਰ ਦਿੱਤੀ। ਇਹ ਤਾਂ ਹੋਰ ਹੀ ਪਾਸੇ ਗੰਗਾ ਵਹਿ ਟੁਰੀ। ਦੁਨਿਆਈ ਆਖੈ ਕਿ ਕਿਉਨ, ਦੁਨੀਆ ਕਹਿਣ ਲੱਗੀ ਵੀ ਆਹ ਕੀ ਕੀਤਾ ਗੁਰੂ ਸਾਹਿਬ ਜੀ ਨੇ, ਤਾਂ ਹੋਰ ਹੀ ਪਾਸੇ ਗੰਗਾ ਵਹਾ ਦਿੱਤੀ, ਹੋਰ ਹੀ ਪਾਸੇ ਗੰਗਾ ਤੋਰ ਦਿੱਤੀ। ਅੱਜ ਤਾਈਂ ਕਦੇ ਐਸਾ ਹੋਇਆ ਵੇਖਿਆ ਸੁਣਿਆ ਹੀ ਨਹੀਂ ਕਿ ਕਿਸੇ ਗੁਰੂ ਨੇ ਆਪਣੇ ਚੇਲੇ ਨੂੰ ਨਮਸਕਾਰ ਕੀਤੀ ਹੋਵੇ। ਇੱਕ ਹੋਰ ਖੇਡ ਵੇਖੀ ਕਿ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਚੇਲੇ ਨੂੰ ਮਾਣ ਦੇ ਦਿੱਤਾ ਹੋਵੇ, ਆਪਣੇ ਚੇਲੇ ਨੂੰ ਸੇਵਕ ਨੂੰ ਵਡਿਆਈ ਦੇ ਦਿੱਤੀ ਹੋਵੇ। ਕਹਿੰਦੇ ਤਾਂ ਉਲਟੀ ਗੰਗਾ ਬਹਾ ਦਿੱਤੀ ਗੁਰੂ ਨਾਨਕ ਪਾਤਸ਼ਾਹ ਨੇ। ਬੜਾ ਆਸ਼ਚਰਜ, ਬੜਾ ਹੀ ਵਿਸਮਾਦ ਕੌਤਕ ਕੀਤਾ ਹੈ। ਨਾਨਕ ਈਸਰ ਜਗਨਾਥ, ਉਚਹਦੀ ਵੈਣ ਵਿਰ ਕਿਉਨ। ਕਹਿੰਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨਾਨਕ ਈਸਰ ਜਗਨਾਥ। ਗੁਰੂ ਨਾਨਕ ਸਾਹਿਬ ਜੀ ਈਸ਼ਵਰ ਨੇ, ਸਾਰੇ ਜਗਤ ਦੇ ਨਾਥ ਨੇ, ਅਕਾਲ ਪੁਰਖ ਨੇ। ਉਚ ਹੱਦੀ ਵੈਣ ਵਿਰ ਕਿਉਨ। ਕਹਿੰਦੇ ਅਤ ਉੱਚ ਦਰਜੇ ਦੇ ਸੰਸਾਰ ਦੀ ਹੱਦ ਤੋਂ ਪਰੇ ਜੋ ਬ੍ਰਹਮ ਗਿਆਨ ਨੂੰ ਉਜਾਗਰ ਕਰਨ ਵਾਲੇ ਵੈਣ ਬਚਨ ਨੇ। ਵੈਣ ਦਾ ਇੱਥੇ ਮਤਲਬ ਹੈ ਬਚਨ। ਵਿਰਕਿਉਨ, ਵਿਰਕਿਉਨ ਦਾ ਮਤਲਬ ਬੋਲਣ ਵਾਲੇ। ਗੁਰੂ ਨਾਨਕ ਸਾਹਿਬ ਨੇ ਜਿਹੜੇ ਬਚਨ ਬੋਲੇ ਨੇ, ਬਚਨ ਕਹੇ ਨੇ, ਬਾਣੀ ਉਚਾਰਨ ਕੀਤੀ ਆ, ਉਹ ਬ੍ਰਹਮ ਦੇ ਗਿਆਨ ਨੂੰ ਉਜਾਗਰ ਕਰਨ ਵਾਲੀ ਬਾਣੀ। ਇਹ ਸੰਸਾਰ ਦੀ ਹੱਦ ਤੋਂ ਉੱਚੇ ਬਚਨ, ਇਹ ਸੰਸਾਰ ਦੇ ਲੈਵਲ ਤੇ ਨਹੀਂ, ਸੰਸਾਰ ਤੋਂ ਪਰੇ ਦੀ ਖੇਡ ਜਿਹੜੀ ਆ ਬ੍ਰਹਮ ਦੀ, ਪਰਮੇਸ਼ਰ ਦੇ ਸਰੂਪ ਵਿੱਚ ਅਭੇਦ ਹੋਣ ਦੇ ਜਿਹੜੇ ਬਚਨ ਨੇ, ਉਹ ਬਚਨ, ਉਹ ਵੈਣ, ਉਹ ਬੋਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵਿਰਕਿਉਨ ਆਪਣੇ ਮੁਖੋਂ ਉਚਾਰਨ ਕੀਤੇ ਹਨ। ਮਾਦਾਣਾ ਪਰਬਤ ਕਰ ਨੇਤਰ, ਬਾਸਕ ਸ਼ਬਦ ਰਿੜ ਕਿਉਨ। ਮਾਦਾਣਾ ਪਰਬਤ ਕਰ ਨੇਤਰ, ਬਾਸਕ ਸ਼ਬਦ ਰਿੜ ਕਿਉਨ। ਕਹਿੰਦੇ ਬੁੱਧੀ ਰੂਪੀ ਪਰਬਤ, ਜਿਵੇਂ ਦੇਵਤਿਆਂ ਨੇ ਨਾ, ਦਾਨਵਾਂ ਨੇ ਰਲ ਕੇ ਸਮੁੰਦਰ ਰਿੜਕਿਆ ਸੀ, ਉਹਦੇ ਵਿੱਚ ਉਹਨਾਂ ਨੇ ਮਦਰਾਚਲ ਪਹਾੜ ਨੂੰ ਮਦਾਨੀ ਬਣਾਇਆ ਤੇ ਜਿਹੜਾ ਬਾਸ਼ਕ ਨਾਗ ਸੀ ਉਹਨੂੰ ਰੱਸਾ ਬਣਾ ਕੇ ਨਾ ਫਿਰ ਸਮੁੰਦਰ ਰਿੜਕਿਆ ਸੀ। ਤੇ ਰਿੜਕ ਕੇ ਸਮੁੰਦਰ ਵਿੱਚੋਂ 14 ਰਤਨ ਨਿਕਲੇ ਸੀ। ਰੰਭਾ, ਐਰਾਵਤ ਹਾਥੀ, ਅੰਮ੍ਰਿਤ, ਜ਼ਹਿਰ, ਲక్ష్ਮੀ, ਇਹ 14 ਰਤਨ, 14 ਮੁੱਖ ਰਤਨ, 14 ਉਪ ਰਤਨ ਨਿਕਲੇ ਸੀ। ਉਹਦਾ ਇੱਥੇ ਵੇਰਵਾ ਦੇ ਰਹੇ ਭਾਈ ਸਾਹਿਬ, ਭਾਈ ਬਲਵੰਡ ਜੀ, ਭਾਈ ਸੱਤਾ ਜੀ। ਕਹਿੰਦੇ ਗੁਰੂ ਪਾਤਸ਼ਾਹ ਜੀ ਦੀ ਦਇਆ ਮਇਆ ਨਾਲ ਗੁਰਸਿੱਖਾਂ ਨੇ ਆਪਣੇ ਅੰਦਰ ਜਿਹੜੀ ਬੁੱਧੀ ਸੀ ਉਹਨੂੰ ਬਣਾਇਆ ਮਦਰਾਚਲ ਪਹਾੜ। ਔਰ ਜਿਹੜੀ ਮਨ ਦੀ ਬਿਰਤੀ ਸੀ ਜਾਂ ਮਨ ਕਹਿ ਲੋ, ਕਹਿੰਦੇ ਉਹਨੂੰ ਬਣਾਇਆ ਨੇਤਰਾ ਰੱਸਾ, ਉਹ ਬਾਸਕ ਦਾ ਕੰਮ ਕੀਤਾ।
ਤੇ ਫਿਰ ਸਤਿਗੁਰਾਂ ਦਾ ਜਿਹੜਾ ਸ਼ਬਦ ਹੈ, ਗੁਰਬਾਣੀ ਹੈ, ਰਿੜ ਕਿਉਨ, ਉਹਦੀ ਵਿਚਾਰ ਕੀਤੀ, ਬ੍ਰਹਮ ਦੀ ਵਿਚਾਰ ਕੀਤੀ ਇਹਦੇ ਨਾਲ। ਹਾਂਜੀ। 14 ਰਤਨ ਨਿਕਾਲਿਆਨ ਕਰ ਆਵਾ ਗੌਣ ਚਿਲਕਿਓਨ। ਕਹਿੰਦੇ ਫਿਰ ਇਹਦੇ ਚੋਂ 14 ਰਤਨ ਪ੍ਰਗਟ ਕੀਤੇ। 14 ਰਤਨ ਦਾ ਮਤਲਬ ਫਰੀਦਕੋਟੀ ਟੀਕੇ ਵਿੱਚ ਉਹਨਾਂ 14 ਰਤਨਾਂ ਦਾ ਜ਼ਿਕਰ ਕੀਤਾ। ਭਗਤੀ, ਕਰੁਣਾ, ਵਿਵੇਕ, ਵਿਰਾਗ, ਇਹ ਸਾਰੇ ਸ਼ੁਭ ਗੁਣਾਂ ਦੀ ਗਿਣਤੀ ਕਰਕੇ ਕਹਿੰਦੇ 14 ਰਤਨ ਫਿਰ ਵਿੱਚੋਂ ਸ਼ੁਭ ਗੁਣਾਂ ਦੇ ਨਿਕਲੇ। ਔਰ ਆਵਾ ਗਾਉਣ ਦਾ ਇੱਥੇ ਮਤਲਬ ਹੈ ਸੰਸਾਰ। ਚਿਲਕਿਉਣ ਦਾ ਮਤਲਬ ਹੁੰਦਾ ਪ੍ਰਗਟ ਕਰਕੇ ਵਿਖਾਏ। ਕਹਿੰਦੇ ਇਸ ਆਵਾ ਗਾਉਣ ਵਾਲੇ ਸੰਸਾਰ ਵਿੱਚ ਜਿਤਨੇ ਸ਼ੁਭ ਗੁਣਾ ਰੂਪੀ ਰਤਨ ਸਨ, ਉਹਨਾਂ ਨੂੰ ਚਿਲਕਿਉਣ ਪ੍ਰਗਟ ਕੀਤਾ। ਕੁਦਰਤ ਇਹ ਵਿਖਾਲਿਆਨ ਜਿਨ ਐਵਡ ਪਿੰਡ ਠਿਣਕਿਓਨ। ਕਹਿੰਦੇ ਕੁਦਰਤ ਇਹ ਵਿਖਾਈ ਗੁਰੂ ਨਾਨਕ ਸਾਹਿਬ ਨੇ। ਕੁਦਰਤ ਦਾ ਮਤਲਬ ਹੈ ਸ਼ਕਤੀ। ਕੁਦਰਤ ਇਹ ਵਿਖਾਲਿਆਨ, ਕੁਦਰਤ ਸ਼ਕਤੀ ਆ ਵਿਖਾਈ ਹੈ, ਇਹ ਸਮਰਥਾ, ਇਹ ਸ਼ਕਤੀ ਗੁਰੂ ਨਾਨਕ ਸਾਹਿਬ ਜੀ ਆਪਣੀ ਵਿਖਾ ਰਹੇ ਨੇ। ਕਿਹੜੀ ਸ਼ਕਤੀ? ਜਿਨ ਐਵਡ ਪਿੰਡ ਠਿਣਕਿਓਨ, ਕਿ ਜਿਨ੍ਹਾਂ ਨੇ ਏਡਾ ਵੱਡਾ ਜਿਹੜਾ ਪੂਰਾ ਬ੍ਰਹਿਮੰਡ ਹੈ, ਠਿਣਕਿਓਨ, ਇਹਨੂੰ ਆਸਰਾ ਦੇ ਕੇ ਰੋਕਿਆ ਹੋਇਆ। ਇਸ ਪੂਰੇ ਬ੍ਰਹਿਮੰਡ ਨੂੰ ਆਪਣਾ ਆਧਾਰ ਦੇ ਕੇ ਟਿਕਾਇਆ ਹੋਇਆ। ਕਹਿੰਦੇ ਪ੍ਰਤੱਖ ਸ਼ਕਤੀ ਗੁਰੂ ਨਾਨਕ ਸਾਹਿਬ ਜੀ ਸੰਸਾਰ 'ਚ ਵਿਖਾ ਰਹੇ ਨੇ। ਪੂਰੇ ਬ੍ਰਹਿਮੰਡ ਵਿੱਚ ਇਹ ਗੁਰੂ ਪਾਤਸ਼ਾਹ ਜੀ ਦੀ ਸ਼ਕਤੀ ਹੈ ਪ੍ਰਤੱਖ, ਜੋ ਵੇਖਣ ਵਿੱਚ ਆ ਰਹੀ ਹੈ ਕਿ ਏਡੇ ਵੱਡੇ ਪਿੰਡ ਨੂੰ, ਸੰਸਾਰ ਨੂੰ, ਬ੍ਰਹਿਮੰਡ ਨੂੰ ਜਿਨ੍ਹਾਂ ਨੇ ਠਿਣਕਿਓਨ ਆਸਰਾ ਦੇ ਕੇ ਥੰਮਿਆ ਹੋਇਆ ਹੈ। ਲਹਿਨੇ ਧਰਿਓਣ ਛਤਰੋ ਸਿਰ ਅਸਮਾਨ ਕੇ ਆੜਾ ਛਿਕਿਓਨ। ਲਹਿਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ। ਕਹਿੰਦੇ ਉਹ ਜਿਹੜਾ ਵਡਿਆਈ ਦਾ ਛਤਰ ਸੀ ਨਾ ਗੁਰੂ ਨਾਨਕ ਸਾਹਿਬ ਕੋਲ, ਪਾਰ ਬ੍ਰਹਮ ਪਰਮੇਸ਼ਰ ਦੀ ਵਡਿਆਈ ਦਾ ਛਤਰ, ਉਹ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਦੇ ਸਿਰ ਤੇ ਧਰ ਦਿੱਤਾ। ਔਰ ਉਹਨਾਂ ਦਾ ਪ੍ਰਤਾਪ ਅਸਮਾਨ ਤੋਂ ਵੀ ਉੱਚਾ ਕਰ ਦਿੱਤਾ। ਅਸਮਾਨ ਕਿਆੜਾ ਛਿਕਿਓਨ, ਜਿਨ੍ਹਾਂ ਦੇ ਜਸ ਦਾ ਚੰਦੋਆ ਅਸਮਾਨ ਤੋਂ ਵੀ ਉੱਚਾ ਕਰਕੇ ਮਹਾਰਾਜ ਜੀ ਨੇ ਪ੍ਰਗਟ ਕਰ ਦਿੱਤਾ ਗੁਰੂ ਅੰਗਦ ਸਾਹਿਬ ਦੀ ਵਡਿਆਈ ਨੂੰ। ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਨ। ਕਹਿੰਦੇ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਨ। ਆਪਣੀ ਜੋਤ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਦੇ ਜੋਤ ਵਿੱਚ ਸਮਾ ਕੇ ਇੱਕ ਮਿਕ ਕਰ ਦਿੱਤੀ। ਆਪਣਾ ਆਪ ਉਹਨਾਂ ਵਿੱਚ ਮਿਕਿਓਨ ਮਿਲਾ ਦਿੱਤਾ। ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਦਾ ਰੂਪ ਹੋ ਗਏ। ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀਏ ਬਸੈ। ਧੰਨ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇਵ ਸਾਹਿਬ ਦਾ ਰੂਪ ਹੋ ਗਏ। ਆਪਣਾ ਆਪ ਉਹਨਾਂ ਵਿੱਚ ਹੀ ਮਿਕਿਓਨ, ਆਪਣੇ ਸਹਿਤ ਆਪਣੇ ਵਰਗਾ ਹੀ ਬਣਾ ਲਿਆ, ਆਪਣਾ ਰੂਪ ਹੀ ਬਣਾ ਦਿੱਤਾ। ਸਿੱਖਾਂ ਪੁੱਤਰਾ ਕੋਖ ਕੈ ਸਭ ਉਮਤ ਵੇਖੋ ਜੇ ਕਿਓਨ। ਸਿੱਖਾਂ ਪੁੱਤਰਾ ਕੋਖ ਕੈ ਸਭ ਉਮਤ ਵੇਖੋ ਜੇ ਕਿਓਨ। ਕਹਿੰਦੇ ਸਾਰੀ ਉਮਤ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਆ, ਦੁਨੀਆ ਦੇ ਲੋਗੋ ਵੇਖੋ ਗੁਰੂ ਸਾਹਿਬ ਨੇ ਕੀ ਕੀਤਾ। ਜੋ ਸਤਿਗੁਰੂ ਜੀ ਨੇ ਕੀਤਾ, ਗੁਰੂ ਨਾਨਕ ਸਾਹਿਬ ਨੇ ਵੇਖੋ ਕੀ ਕੀਤਾ। ਕੀ ਕੀਤਾ? ਸਾਰਿਆਂ ਸਿੱਖਾਂ ਨੂੰ, ਆਪਣਿਆਂ ਪੁੱਤਰਾਂ ਨੂੰ, ਸਾਰਿਆਂ ਨੂੰ ਘੋਖਿਆ, ਸਭ ਦੀ ਪਰਖ ਕੀਤੀ। ਗੁਰੂ ਨਾਨਕ ਸਾਹਿਬ ਨੇ ਬਹੁਤ ਪਰਖ ਕੀਤੀ, ਪੁੱਤਰਾਂ ਦੀ ਵੀ ਪਰਖ ਕੀਤੀ, ਸਿੱਖਾਂ ਦੀ ਵੀ ਪਰਖ ਕੀਤੀ ਕਿ ਅਸੀਂ ਆਪਣੀ ਜੋਤ ਰੱਖਣੀ ਹੈ, ਕਿਹਦੇ 'ਚ ਰੱਖੀਏ। ਉਹਦੇ ਲਈ ਪਰਖ ਕੀਤੀ, ਸਿੱਖੀ ਦੀ ਪਰਖ ਕੀਤੀ ਕਰਤਾਰਪੁਰ ਸਾਹਿਬ। ਬੜੀ ਕਰੜੀ ਪਰਖ ਕੀਤੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ। ਸਿੱਖਾਂ ਦੀ ਪਰਖ ਵੀ ਕੀਤੀ ਤੇ ਪੁੱਤਰਾਂ ਦੀ ਵੀ। ਹੁਣ ਜਦੋਂ ਪੁੱਤਰ ਵੀ ਖਰੇ ਨਾ ਉਤਰੇ ਤੇ ਸਿੱਖ ਵੀ ਸਾਰੇ ਖਰੇ ਥੋੜੀ ਉਤਰੇ। ਕੱਲੇ ਭਾਈ ਲਹਿਣਾ ਜੀ ਖਰੇ ਉਤਰੇ, ਜਿਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣੀ ਜੋਤ ਰੱਖਣੀ ਸੀ। ਇੱਥੇ ਅੱਜ ਕੱਲ ਕੀ ਕਰਦੇ ਵੀ ਵੇਖੋ ਜੀ, ਗੁਰੂ ਸਾਹਿਬ ਦੇ ਪੁੱਤਰਾਂ ਨੇ ਬਚਨ ਨਹੀਂ ਮੰਨੇ ਤੇ ਉਹਨਾਂ ਦੀ ਨਿੰਦਾ ਕਰਨ ਲੱਗ ਪੈਂਦੇ। ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੀ, ਬਾਬਾ ਲਖਮੀ ਦਾਸ ਜੀ ਦੀ। ਅੱਜ ਕੱਲ ਬੜੇ ਨੇ ਗਿਆਨੀ, ਘਰੜ ਗਿਆਨੀ,
ਉਹ ਨਿੰਦਾ ਕਰਦੇ ਗੁਰੂ ਸਾਹਿਬ ਦੇ ਪੁੱਤਰਾਂ ਦੀ। ਫਿਰ ਉਦੋਂ ਸਿੱਖ ਵੀ ਸੀ ਜਿਹੜੇ, ਉਹਨਾਂ ਨੇ ਵੀ ਨਹੀਂ ਮਹਾਰਾਜ ਜੀ ਦੀ ਪਰਖ 'ਚ ਤਾਂ ਉਹ ਵੀ ਨਹੀਂ ਸਾਰੇ ਖਰੇ ਉਤਰੇ। ਬਾਬਾ ਬੁੱਢਾ ਸਾਹਿਬ ਜੀ, ਭਾਈ ਭਗੀਰਥ ਜੀ, ਕਿੰਨੇ ਕਿੰਨੇ ਗੁਰਸਿੱਖ ਸੀ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੀ। ਕਿ ਅਸੀਂ ਉਹਨਾਂ ਦਾ ਸਤਿਕਾਰ ਨਹੀਂ ਕਰਦੇ? ਕਿ ਬਾਬਾ ਬੁੱਢਾ ਸਾਹਿਬ, ਭਾਈ ਭਗੀਰਥ ਜੀ, ਭਾਈ ਮਾਨਸੁਖ ਜੀ ਵਰਗੇ ਮਹਾਂਪੁਰਖਾਂ ਦਾ ਅਦਬ ਨਹੀਂ ਰੱਖਦੇ ਅਸੀਂ? ਜੇ ਉਹਨਾਂ ਦਾ ਸਤਿਕਾਰ, ਤੇ ਫਿਰ ਗੁਰੂ ਪੁੱਤਰਾਂ ਦਾ ਕਿਉਂ ਭਾਈ? ਉਹਨਾਂ ਦੀ ਨਿੰਦਾ, ਉਹਨਾਂ ਦੇ ਨਾਲ ਕਿਉਂ ਇਹਨਾਂ ਦਾ ਵੱਟ ਦਾ ਰੋਲਾ ਪਿਆ ਹੋਇਆ? ਬਾਬੇ ਸ਼੍ਰੀ ਚੰਦਰ ਜੀ ਦੇ ਨਾਲ ਬਾਬਾ ਲਖਮੀ ਦਾਸ ਜੀ ਨਾਲ ਕਿਉਂ ਵੈਰ ਕਮਾਉਂਦੇ ਆਏ? ਇਹ ਖਾਲਸਾ ਜੀ ਜਾਣ ਬੁੱਝ ਕੇ ਕਰਦੇ, ਕਿਉਂਕਿ ਗੁਰੂ ਘਰ ਦੀਆਂ ਇਹ ਸੰਪਰਦਾਵਾਂ ਨੇ। ਉਦਾਸੀ ਸੰਪਰਦਾ ਵੀ ਗੁਰੂ ਘਰ ਦੀ ਸੰਪਰਦਾ। ਉਦਾਸੀਆਂ ਨੇ ਬਹੁਤ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ। ਤੇ ਇਹ ਕਹਿੰਦੇ ਵੀ ਜਿਹੜੇ ਥੋੜੇ ਬਹੁਤੇ ਉਦਾਸੀ ਹੈਣ, ਇਹ ਵੀ ਸਾਰੇ ਚਲੇ ਜਾਣ। ਪਹਿਲਾਂ ਬਹੁਤ ਉਦਾਸੀ ਤੋੜ ਦਿੱਤੇ ਗੁਰੂ ਘਰ ਨਾਲੋਂ, ਵੀ ਜਿਹੜੇ ਆ ਰਹਿ ਗਏ ਨੇ ਥੋੜੇ ਬਹੁਤ, ਇਹਨਾਂ ਨੂੰ ਵੀ ਤੋੜ ਦਿਓ। ਤੋ ਗੁਰੂ ਖਾਲਸਾ ਜੀ, ਇੱਥੇ ਸਾਰਿਆਂ ਦੀ ਗੱਲ ਆ ਰਹੀ, ਉਹ ਇਕੱਲੇ ਪੁੱਤਰਾਂ ਦੀ ਨਹੀਂ, ਸਿੱਖਾਂ ਦੀ ਵੀ ਆ ਰਹੀ। ਸਿੱਖਾਂ ਪੁੱਤਰਾ ਘੋਖ ਕੈ ਸਭ ਉਮਤ ਵੇਖੋ ਜੇ ਕਿਉਂ। ਸਾਰੀ ਉਮਤ ਲੁਕਾਈ ਵੇਖੋ ਜੋ ਕੀਤਾ ਗੁਰੂ ਸਾਹਿਬ ਨੇ। ਮਹਾਰਾਜ ਜੀ ਨੇ ਸਿੱਖਾਂ ਦੀ ਵੀ ਪਰਖ ਕੀਤੀ, ਪੁੱਤਰਾਂ ਦੀ ਵੀ ਪਰਖ ਕੀਤੀ। ਜਾਂ ਸੁਧ ਓਸ ਤਾਂ ਲਹਿਣਾ ਟਿਕਿਓਨ। ਜਦੋਂ ਸਾਰਿਆਂ ਨੂੰ ਸੋਧ ਕੇ ਵੇਖਿਆ ਵੀ ਕਿਹੜਾ ਟਿਕੇਗਾ ਗੱਦੀ ਤੇ, ਜਾਂ ਸੁਧੋਸ ਤਾਂ ਲਹਿਣਾ ਟਿਕਿਓਨ। ਕਹਿੰਦੇ ਕੱਲੇ ਭਾਈ ਲਹਿਣਾ ਜੀ ਉਸ ਜਗ੍ਹਾ ਤੇ ਟਿਕੇ ਨਜ਼ਰ ਆਏ ਗੁਰੂ ਨਾਨਕ ਸਾਹਿਬ ਦੀ ਨਿਗਾਹ ਵਿੱਚ, ਕਿ ਜਿਹੜੇ ਸਾਡੇ ਤਖਤ ਦੇ ਮਾਲਕ ਹੋ ਸਕਦੇ ਨੇ ਉਹ ਕੱਲੇ ਭਾਈ ਲਹਿਣਾ ਜੀ ਹਨ। ਇਹਨਾਂ ਤੋਂ ਇਲਾਵਾ ਕੋਈ ਹੋਰ ਦੂਜਾ ਨਹੀਂ ਦਿਸਦਾ। ਸਤਿ ਸ਼੍ਰੀ ਅਕਾਲ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜੋਤ ਦੇ ਕੇ ਆਪਣੇ ਵਰਗਾ ਕਰ ਲਿਆ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਭ ਦੇ ਹਿਰਦਿਆਂ ਵਿੱਚ ਵਸ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।